प्रसाद। हे प्राणनाथ गोविंदे कृपा निधान, सार ताप हरणे करुणा में सब दुख हरो। हे शरण जोग दयाले दीनानाथ मया करो। शरीर स्वस्थ क्षीण समय सिमरंत नानक राम दामोदर माधवे। सतनाम श्री वाहिगुरु साहिब जीओ। तीरथ नावा जे तिस भावा विण भाने के नाय करी। जेती सिर ढपाई वेखा विण कर्मा के मिलै लई। तीरथ नावा जे तिस भावा विण भाने के नाय करी। जेती सिर ढपाई वेखा विण कर्मा के मिलै लई। मत विच रतन जवाहर मानक जे एक गुर की सिख सुनी। गुरा एक दे बुझाई सबना जियां का एक दाता सो मैं विसर न जाई। जे जुग चारे हार जा होर दसूनी होए। नवां खंडां विच जाणिया नाल चलै सब कोए। चंगा नाम रखाए कै जस कीरत जग ले। जे तिस नदर न आवे तां बात न पुछै के। कीटां अंदर कीट कर दोषी दोष टरे। नानक निर्गुण गुण करे गुणवंत्यां गुण दे। तिहा कोई न सुझई जे तिस गुण कोई करे। तिहा कोई न सुझई जे तिस गुण कोई करे। वाहिगुरु जी का खालसा वाहिगुरु जी की फतेह। सन्मानयोग गुरु रूप साध संगत जीओ, 6ਵੀਂ पौड़ी जिस दे च धन गुरुदेव तीर्थां दे संबंध विच ते कर्म दे संबंध विच अपने विचार प्रस्तुत करते हैं। तीर्थां दी महानता हर धर्म दे च हर मजहब दे च है। सारा इस्लामी जगत जितने चिर तक हज ना कर लवे वो अपना मुसलमान होना पूरा नहीं समझता। इस तरह ही हिंदू ने कुंभ का इशनान ना कर लैन, कुंभी का इशनान ना कर लैन ते प्रयागराज दे च माघ का इशनान वो ना करन। इस तो इलावा एकम थित है ते होर कई तरह के इशनान ने। ये 10 पुरब ने। इन्हां 10 पुरबां ते वो 68 तीर्थां दे चों किसी न किसी तीरथ ते इशनान ना करन, वो अपना हिंदू होना संपूर्ण नहीं समझते। इसे तरीके नाल बाकियां दे च भी देखण नूं मिलदा है। सिख जगत दे भी अपने तीरथ ने। धन गुरु अमरदास जी महाराज ने गोबिंदवाल साहब दे च बावली साहब बना के तीरथ दी परंपरा नूं तोड़िया। फिर धन गुरु अमरदास जी महाराज की ही कल्पना अमृतसर वसाणा, उन्होंने साकार रूप देने की कोशिश की पूरी धन गुरु रामदास जी ने। उन्होंने सवारण ते शिंगारण ते दरबार साहब की बनतर धन गुरु अर्जन देव जी महाराज ने बनाई। उहदी सेवा संभाल ते हिफाजत की जिम्मेवारी धन गुरु हरगोबिंद साहब जी महाराज निभाते रहे। सिख जगत का वह केंद्री अस्थान बनया।
ਜਗਤ ਦਾ ਕੇਂਦਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਕਾਸ਼ਮਾਨ ਹੋਏ, ਜਨਮ ਹੋਇਆ। ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਬਣੇ। ਹਸਨ ਅਬਦਾਲ ਵਲੀ ਕੰਧਾਰੀ। ਰੇਲਵੇ ਸਟੇਸ਼ਨ ਤੇ ਅਜੇ ਵੀ ਹਸਨ ਅਬਦਾਲ ਲਿਖਿਆ ਹੋਇਆ, ਸ਼ਹਿਰ ਨੂੰ ਅਜੇ ਵੀ ਹਸਨ ਅਬਦਾਲ ਕਹਿੰਦੇ ਨੇ। ਪਰ ਉਸ ਵਲੀ ਨੇ ਉੱਪਰੋਂ ਪੱਥਰ ਸੁੱਟਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਰੋਕਿਆ, ਤੋ ਹੱਥਾਂ ਦਾ ਪੰਜਾ ਲੱਗ ਗਿਆ। ਹਸਨ ਅਬਦਾਲ ਪੰਜਾ ਸਾਹਿਬ ਬਣਿਆ। ਸਿੱਖ ਜਗਤ ਦੇ ਤੀਰਥਾਂ ਦੇ ਚੋਂ ਸਿਰਮੌਰ ਤੀਰਥ ਬਣੇ। ਜਿੱਥੇ ਜਿੱਥੇ ਕਿਸੇ ਮਹਾਂਪੁਰਸ਼ ਦੁਆਰਾ ਕੋਈ ਵਿਸ਼ੇਸ਼ ਘਟਨਾ ਘਟ ਗਈ ਹੈ ਜਾਂ ਜਨਮ ਹੋਇਆ ਹੈ ਜਾਂ ਕੁਝ ਹੋਰ ਕਾਰਨ ਨੇ, ਉਹ ਜਗ੍ਹਾ ਤੀਰਥ ਕਹਿਲਾਉਂਦੇ ਨੇ। ਇਸਲਾਮੀ ਜਗਤ ਦੇ ਵਿੱਚ, ਹਿੰਦੂ ਜਗਤ ਦੇ ਵਿੱਚ, ਸਿੱਖ ਜਗਤ ਦੇ ਵਿੱਚ, ਬੌਧ ਜਗਤ ਦੇ ਵਿੱਚ ਸਾਰੇ ਬੁੱਧਿਸਟ ਲੋਕਾਂ ਦਾ ਕੇਂਦਰੀ ਅਸਥਾਨ ਗਿਆ ਹੈ। ਔਰ ਜਿਤਨੇ ਚਿਰ ਤੱਕ ਗਿਆ ਦੇ ਵਿੱਚ ਬੁੱਧ ਜਯੰਤੀ ਵਾਲੇ ਦਿਨ ਉਹ ਆ ਕੇ ਦਰਸ਼ਨ ਨਾ ਕਰ ਲੈਣ, ਆਪਣੀ ਪੂਜਾ ਪਾਠ ਨਾ ਕਰ ਲੈਣ, ਉਹ ਆਪਣਾ ਬੁੱਧਿਸਟ ਹੋਣਾ ਪੂਰਾ ਨਹੀਂ ਸਮਝਦੇ। ਤੀਰਥ ਇੱਕ ਪਵਿੱਤਰ ਅਸਥਾਨ, ਇਸ ਤੋਂ ਤੇ ਇਨਕਾਰੀ ਨਹੀਂ। ਔਰ ਅਸਥਾਨ ਭੇਦ, ਅਸਥਾਨ ਦਾ ਆਪਣਾ ਅਸਰ ਹੈ, ਆਪਣਾ ਪ੍ਰਭਾਵ ਹੈ, ਜਗ੍ਹਾ ਜਗ੍ਹਾ ਦਾ ਆਪਣਾ ਅਸਰ ਹੈ। ਦੂਰ ਕਿਉਂ ਜਾਓ, ਹਰ ਘਰ ਦੀ ਵਾਈਬ੍ਰੇਸ਼ਨ ਵੀ ਅਲੱਗ ਅਲੱਗ ਹੁੰਦੀ ਹੈ, ਹਰ ਘਰ ਦਾ ਵੀ ਆਪਣਾ ਅਸਰ ਅਲੱਗ ਅਲੱਗ ਹੈ। ਹਰ ਗੁਰਦੁਆਰੇ ਦਾ ਵੀ ਆਪਣਾ ਅਲੱਗ ਅਸਰ ਹੈ, ਹਰ ਮੰਦਰ ਦਾ ਵੀ ਆਪਣਾ ਅਲੱਗ ਅਸਰ ਹੈ, ਹਰ ਮਸਜਿਦ ਦੀ ਵੀ ਅਲੱਗ ਅਲੱਗ ਗੱਲ ਹੈ। ਮੈਂ ਦੇਖਦਾ ਹਾਂ ਦਿੱਲੀ ਦੇ ਵਿੱਚ ਹਰ ਕਲੋਨੀ 'ਚ 4-4 ਗੁਰਦੁਆਰੇ ਨੇ, ਪਰ ਅੰਮ੍ਰਿਤ ਵੇਲੇ ਸੰਗਤਾਂ ਭਜੀਆਂ ਆਉਂਦੀਆਂ ਨੇ। ਸੀਸਗੰਜ ਸਾਹਿਬ, ਬੰਗਲਾ ਸਾਹਿਬ, ਤਿਲ ਧਰਨ ਨੂੰ ਥਾਂ ਨਹੀਂ ਮਿਲਦੀ। ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ ਮੱਥਾ ਟੇਕਣ ਨੂੰ, ਜਦ ਕਿ ਕਲੋਨੀ ਦੇ ਗੁਰਦੁਆਰੇ ਮੌਜੂਦ ਨੇ। ਜਿੱਥੇ ਜਿੱਥੇ ਲੋਕੀ ਰਹਿੰਦੇ ਨੇ 2-2, 4-4 ਗੁਰਦੁਆਰੇ ਮੌਜੂਦ ਨੇ। ਸੋਹਣੇ ਸੋਹਣੇ ਜਥੇ ਕੀਰਤਨ ਪੈ ਕਰਦੇ ਨੇ, ਪਾਠ ਹੋ ਰਿਹਾ ਹੈ, ਲੇਕਿਨ ਭੱਜੇ ਆ ਰਹੇ ਨੇ। ਅੰਮ੍ਰਿਤ ਵੇਲੇ ਤੋਂ ਹੀ ਰੌਣਕਾਂ ਲੱਗ ਜਾਂਦੀਆਂ ਨੇ। ਸੀਸਗੰਜ ਸਾਹਿਬ, ਬੰਗਲਾ ਸਾਹਿਬ, ਤਿਲ ਧਰਨ ਦੀ ਥਾਂ ਨਹੀਂ ਆਉਂਦੀ। ਇਹਨੂੰ ਕਹਿੰਦੇ ਨੇ ਅਸਥਾਨ ਭੇਦ, ਜਗ੍ਹਾ ਦਾ ਅਸਰ। ਜਿੱਥੇ ਪਰਮ ਪੁਰਖ ਨੇ ਕੋਈ ਬੈਠ ਕੇ ਤਪ ਕੀਤਾ ਹੋਵੇ, ਟਿਕਾਣਾ ਕੀਤਾ ਹੋਵੇ, ਅਸਰ ਹੈ। ਔਰ ਉਸ ਅਸਥਾਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਾਵਨ ਕਾਇਆ ਦਾ ਖੂਨ ਡੁੱਲਿਆ ਹੈ, ਉਸ ਜਗ੍ਹਾ ਦਾ ਆਪਣਾ ਅਸਰ। ਇਸ ਢੰਗ ਨਾਲ ਤੇ ਤੀਰਥ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਪਰ ਤੀਰਥ ਤਾਂ ਹੀ ਤੀਰਥ ਬਣੇ, ਕਿਸੇ ਨੇ ਨਾਮ ਜਪਿਆ ਸੀ, ਕੋਈ ਬੰਦਗੀ ਵਾਲਾ ਸੀ, ਉਸ ਦੀ ਕਦਮ ਬੋਸੀ ਨਾਲ ਬਣੇ, ਉਹਦੇ ਜਪ ਨਾਲ ਬਣੇ। ਤੇ ਜੇ ਤੀਰਥਾਂ ਨੂੰ ਵੀ ਜਨਮ ਨਾਮ ਹੀ ਦਿੰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਫਿਰ ਸਾਡਾ ਤੀਰਥ ਨਾਮ ਹੀ ਹੈ। ਤੀਰਥ ਹਮਰਾ ਹਰ ਕੋ ਨਾਮ, ਹਰੀ ਦਾ ਨਾਮ ਹੀ ਸਾਡਾ ਤੀਰਥ ਹੈ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਤੀਰਥ ਕੀ ਹੈ? ਗੁਰ ਸ਼ਬਦ ਦੀ ਵਿਚਾਰ। ਸ਼ਬਦ ਨੂੰ ਆਪਣੇ ਵਿਚਾਰ ਦੇ ਚ ਲਿਆਣਾ, ਸ਼ਬਦ ਨੂੰ ਆਪਣੀ ਸਮਝ ਦੇ ਚ ਲਿਆਣਾ, ਸ਼ਬਦ ਨੂੰ ਆਪਣੇ ਚੇਤੇ ਦੇ ਚ ਲਿਆਣਾ, ਔਰ ਅਨੁਭਵੀ ਗਿਆਨ ਦਾ ਪੈਦਾ ਹੋ ਜਾਣਾ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸਾਹਰਾ। ਤੀਰਥਾਂ ਤੇ 10 ਪੁਰਬ ਨੇ, ਜਿਵੇਂ ਹੁਣੇ ਮੈਂ ਅਰਜ਼ ਕੀਤਾ, ਕੁੰਭ ਦਾ ਇਸ਼ਨਾਨ, ਕੁੰਭੀ ਦਾ ਇਸ਼ਨਾਨ, ਪ੍ਰਯਾਗਰਾਜ ਦੇ ਵਿੱਚ ਮਾਘ ਦੇ ਮਹੀਨੇ ਮਾਘੀ ਦਾ ਇਸ਼ਨਾਨ,
ਚੰਦਰ ਗ੍ਰਹਿਣ ਦਾ ਇਸ਼ਨਾਨ, ਸੂਰਜ ਗ੍ਰਹਿਣ ਦਾ ਇਸ਼ਨਾਨ ਕੁਰੂਕਸ਼ੇਤਰ ਦੇ 'ਚ। ਇਸੇ ਤਰੀਕੇ ਨਾਲ ਕੇਦਾਰਨਾਥ, ਬਦਰੀ ਨਾਰਾਇਣ ਦੀ ਯਾਤਰਾ, ਇਹ 10 ਤੀਰਥਾਂ ਦੇ ਇਸ਼ਨਾਨ ਨੂੰ 10 ਪੁਰਬਾਂ ਦੇ ਮਨਾਉਣ ਨੂੰ ਮੰਨਦੇ ਨੇ। 10 ਤਰ੍ਹਾਂ ਦੇ ਦੋਖ, 10 ਤਰ੍ਹਾਂ ਦੇ ਪਾਪ ਮਿਟ ਜਾਂਦੇ ਨੇ। 10 ਪੁਰਬ ਸਦਾ ਦਸਾਹਰਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੇ। ਇਹ ਜੋ 10 ਪੁਰਬ ਮਨਾਏ ਜਾਂਦੇ ਨੇ ਔਰ ਆਖਿਆ ਜਾਂਦਾ ਹੈ 10 ਨੂੰ ਹਰ ਲੈਂਦੇ ਨੇ, ਭਾਵ 10 ਨੂੰ ਮਿਟਾ ਦਿੰਦੇ ਨੇ। 10 ਪਾਪ, 10 ਪਾਪ, 4 ਪਾਪ ਬਾਣੀ ਦੇ ਮੰਨਦੇ ਨੇ, 3 ਪਾਪ ਮਨ ਦੇ ਮੰਨਦੇ ਨੇ, 3 ਪਾਪ ਤਨ ਦੇ ਮੰਨਦੇ ਨੇ। ਮਿਥਿਆ ਬੋਲਣਾ, ਫਿੱਕਾ ਬੋਲਣਾ, ਕੌੜਾ ਬੋਲਣਾ ਜਾਂ ਨਿੰਦਾ ਹੈ ਤੇ ਸਚਾਈ, ਲੇਕਿਨ ਇਸ ਵਾਸਤੇ ਬਿਆਨ ਕਰ ਰਿਹਾ ਅਗਲੇ ਨੂੰ ਚੋਟ ਪਹੁੰਚੇ, ਅਗਲੇ ਨੂੰ ਤਕਲੀਫ ਹੋਵੇ। ਸੱਚ ਬੋਲ ਕੇ ਵੀ ਚੋਟ ਪਹੁੰਚਾਈ ਜਾ ਸਕਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜੈਸੇ ਕੋਈ ਇੱਕ ਮਨੁੱਖ ਦੀ ਇੱਕ ਅੱਖ ਨਹੀਂ ਕੰਮ ਕਰਦੀ ਤੇ ਉਸ ਨੂੰ ਕਿਹਾ ਜਾ ਸਕਦਾ ਮਿੱਤਰਾ ਤੇਰੀ ਇੱਕ ਅੱਖ ਕੰਮ ਨਹੀਂ ਕਰਦੀ, ਜਾਂ ਫਿਰ ਇਹਨੂੰ ਕਿਹਾ ਜਾ ਸਕਦਾ ਤੂੰ ਕਾਣਾ ਹੈ। ਸੱਚ ਬੋਲ ਕੇ ਵੀ ਚੋਟ ਪਹੁੰਚਾਈ ਜਾ ਸਕਦੀ, ਔਰ ਇਸ ਦੇ ਕਈ ਢੰਗ ਨੇ। ਬਾਣੀ ਦੇ ਇਹ ਜੋ 4 ਦੋਖ ਨੇ ਤੇ 3 ਦੋਖ ਮਨ ਦੇ, ਬੁਰਾ ਸੋਚਣਾ, ਬੁਰਾ ਯਾਦ ਕਰਨਾ ਔਰ ਬੁਰੇ ਫੁਰਨਿਆਂ ਦਾ ਅੰਦਰ ਹਰ ਵਕਤ ਚੱਲਣਾ। 3 ਦੋਖ ਸਰੀਰ ਦੇ, ਹੱਥਾਂ ਦਾ ਚੋਰੀ ਕਰ ਲੈਣਾ, ਹੱਥਾਂ ਦਾ ਹਿੰਸਾ ਕਰ ਲੈਣਾ, ਹੱਥਾਂ ਦਾ ਦੁਰਾਚਾਰ ਕਰ ਲੈਣਾ। 3 ਦੋਖ ਤਨ ਦੇ, 3 ਦੋਖ ਮਨ ਦੇ, 4 ਦੋਖ ਬਾਣੀ ਦੇ ਮੰਨ ਕੇ ਇੰਜ ਕਹਿੰਦੇ ਨੇ 10 ਪਾਪ ਨੇ। ਇਹ 10 ਪਾਪ 10 ਪੁਰਬ ਮਨਾਉਣ ਨਾਲ ਮਿਟ ਜਾਂਦੇ ਨੇ। ਐਸੀ ਪੁਰਾਣੀ ਧਾਰਨਾ, 10 ਪੁਰਬ ਸਦਾ ਦਸਾਹਰਾ। ਇਹ 10 ਪੁਰਬ ਮਨਾਉਣ ਨਾਲ ਬਾਣੀ ਦੇ ਦੋਖ ਮਿਟ ਜਾਂਦੇ ਨੇ, ਬਾਣੀ ਸ਼ੁੱਧ ਹੋ ਜਾਂਦੀ ਹੈ, ਜ਼ਬਾਨ ਸ਼ੁੱਧ ਹੋ ਜਾਂਦੀ ਹੈ, ਮਨ ਸ਼ੁੱਧ ਹੋ ਜਾਂਦਾ ਹੈ, ਮਨ ਦੇ ਦੋਖ ਮਿਟ ਜਾਂਦੇ ਨੇ, ਤਨ ਪਾਵਨ ਹੋ ਜਾਂਦਾ ਹੈ, ਤਨ ਦੇ ਪਾਪ ਧੁੱਲ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਨੇ ਗੁਰੂ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਗੁਰੂ ਦਾ ਗਿਆਨ ਤੇ ਪ੍ਰਭੂ ਦਾ ਨਾਮ, ਇਹ ਜਪਣਾ ਹੀ 10 ਪੁਰਬ ਮਨਾਣਾ ਹੈ, ਔਰ ਇਹੀ 10 ਦੋਖਾਂ ਨੂੰ ਨਾਸ ਕਰਦਾ ਹੈ। ਕੋਈ ਜਲ ਦਾ ਮੱਜਨ, ਜਲ ਦਾ ਇਸ਼ਨਾਨ ਬਾਣੀ ਦੇ ਪਾਪ ਨਹੀਂ ਧੋਂਦਾ। ਜਲ ਦਾ ਇਸ਼ਨਾਨ ਮਨ ਦੇ ਪਾਪ ਵੀ ਨਹੀਂ ਧੋਂਦਾ। ਜਲ ਦਾ ਇਸ਼ਨਾਨ ਤਨ ਦੇ ਪਾਪ ਵੀ ਨਹੀਂ ਧੋਂਦਾ। ਸਫੁਰਤੀ ਦੇ ਸਕਦਾ ਹੈ, ਤਾਜ਼ਗੀ ਦੇ ਸਕਦਾ ਹੈ, ਔਰ ਤਾਜ਼ਾ ਸਰੀਰ ਢੰਗ ਨਾਲ ਨਾਮ ਜਪ ਸਕਦਾ ਹੈ। ਪਰ ਜੇ ਆਖੀਏ ਇੱਕ ਡੁਬਕੀ ਲਾਈ ਤੇ ਸਾਰੇ ਪਾਪ ਧੁੱਲ ਗਏ, ਐਸਾ ਦਿਖਾਈ ਨਹੀਂ ਦਿੰਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਪਿਛਲੇ ਦਿਨੇ ਜਦ ਕੁੰਭ ਲੱਗਿਆ ਹਰਿਦੁਆਰ ਦੇ ਵਿੱਚ, ਮੇਰੇ ਖਿਆਲ 3-4 ਮਹੀਨੇ ਪਹਿਲੇ, ਬੜੇ ਵੱਡੇ ਪੱਧਰ ਤੇ ਤਿਆਰੀਆਂ ਸਾਲਾਂ ਬੱਧੀ ਹੋ ਰਹੀਆਂ ਸਨ। ਉੱਥੇ ਸਾਧੂਆਂ ਦੇ ਚ ਲੜਾਈ ਹੋਈ। ਕਰੀਬਨ 35 ਦੇ ਕਰੀਬ ਸਾਧੂ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ। ਝਗੜਾ ਕਿਸ ਗੱਲ ਤੇ? ਮੈਂ ਪਹਿਲੇ ਇਸ਼ਨਾਨ ਕਰਨਾ ਹੈ ਤੇ ਮੈਂ ਪਹਿਲੇ ਕਰਨਾ, ਮੇਰੇ ਪਾਪ ਪਹਿਲੇ ਧੁਲਨ ਤੇਰੇ ਬਾਅਦ ਦੇ ਚ। ਉੱਥੇ ਸਾਧੂਆਂ ਦੀਆਂ ਟੋਲੀਆਂ ਨੇ, ਬੈਰਾਗੀ ਨੇ, ਸੰਨਿਆਸੀ ਨੇ, ਨਾਂਗੇ ਨੇ,
ਅਖਾੜਿਆਂ ਦੇ 'ਚ ਲੜਾਈ ਹੋਈ ਔਰ ਇਹ ਪਹਿਲੀ ਦਫਾ ਹੋਇਆ। ਕਹਿੰਦੇ ਨੇ ਇਸ ਤੋਂ ਸੈਂਕੜੇ ਸਾਲ ਪਹਿਲੇ ਵੀ ਕਿਧਰੇ ਵਿਖਾਤ ਤੇ ਸ਼ੁਰੂ ਹੋ ਜਾਂਦਾ ਸੀ, ਤਣਾਅ ਤੇ ਪੈਦਾ ਹੋ ਜਾਂਦਾ ਸੀ, ਪਰ ਖੂਨੀ ਲੜਾਈ ਪਹਿਲੀ ਦਫਾ ਹੋਈ। ਗਏ ਸਨ ਪਾਪ ਧੋਣ, ਸਰੀਰ ਦਾ ਪਾਪ ਹਿੰਸਾ, ਬਾਣੀ ਦਾ ਪਾਪ ਮਿਥਿਆ ਬੋਲਣਾ, ਕੌੜਾ ਬੋਲਣਾ, ਤਾਂ ਖੂਬ ਕੌੜਾ ਵੀ ਬੋਲਦੇ ਰਹੇ, ਮਿਥਿਆ ਵੀ ਬੋਲਦੇ ਰਹੇ, ਹਿੰਸਾ ਵੀ ਕਰ ਦਿੱਤੀ। 35 ਬੰਦੇ ਮਾਰੇ ਗਏ, ਸੈਂਕੜੇ ਜ਼ਖਮੀ ਹੋਏ। ਬਨਾਰਸ ਬਣਾਇਆ ਸੀ ਨਾਮ ਜਪਣ ਲਈ, ਔਰ ਸ਼ਿਵ ਜੀ ਕਹਿੰਦੇ ਸਨ ਸਾਰੀ ਦੁਨੀਆ 'ਚ ਇੱਥੋਂ ਦੇ ਸੰਨਿਆਸੀ ਮਸ਼ਹੂਰ ਹੋਣਗੇ, ਇੱਥੋਂ ਦੇ ਸੰਤ ਮਸ਼ਹੂਰ ਹੋਣਗੇ, ਇੱਥੋਂ ਦਾ ਨਿਕਲਿਆ ਹੋਇਆ ਸੰਤ ਸਾਰੀ ਦੁਨੀਆ 'ਚ ਪੂਜਿਆ ਜਾਏਗਾ। ਸਮਾਂ ਐਸਾ ਆਇਆ, ਅੱਜ ਬਨਾਰਸ ਦਾ ਸੰਤ ਮਸ਼ਹੂਰ ਨਹੀਂ, ਠੱਗ ਮਸ਼ਹੂਰ ਹੈ। ਇਹ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਸਮਾਂ ਵਕਤ ਦੀ ਬਸ ਇਤਨੀ ਹੀ ਮੈਂ ਸਚਾਈ ਬਿਆਨ ਕਰ ਸਕਦਾ। ਮੱਕੇ ਦੇ ਬਦੂਆਂ ਦੀਆਂ ਕਹਾਣੀਆਂ ਤੇ ਬਹੁਤ ਪੁਰਾਣੀਆਂ। ਜਲ ਦੇ ਇਸ਼ਨਾਨ ਕਰਨ ਨਾਲ ਤਾਜ਼ਗੀ ਮਿਲ ਸਕਦੀ ਹੈ, ਸਫੁਰਤੀ ਮਿਲ ਸਕਦੀ ਹੈ। ਹਾਂ, ਕਿਸੇ ਜਲ ਦੀ ਤਾਸੀਰ ਬੜੀ ਮਹਾਨ ਹੋ ਸਕਦੀ ਹੈ, ਸਰੀਰ ਦੇ ਰੋਗਾਂ ਦੀ ਨਿਵਰਤੀ ਕਰ ਸਕਦਾ ਹੈ। ਜੈਸੇ ਕੋਈ ਮਨੁੱਖ ਨਾਮ ਜਪੇ ਕਿਸੇ ਸਰੋਵਰ ਦੇ ਕੰਢੇ ਤੇ ਬੈਠ ਕੇ, ਉਹਦੀਆਂ ਜਿਹੜੀਆਂ ਲਹਿਰਾਂ ਬਣਨਗੀਆਂ ਉਹ ਪਾਣੀ ਨੂੰ ਛੋਹਣਗੀਆਂ, ਸਹਿਜੇ ਸਹਿਜੇ ਪਾਣੀ ਦੀ ਤਾਸੀਰ ਨੂੰ ਬਦਲਣਗੀਆਂ। ਬੜੇ ਪੁਰਾਣੇ ਜ਼ਮਾਨੇ ਤੋਂ ਇਹ ਕਹਾਵਤ ਚਲੀ ਆ ਰਹੀ ਹੈ ਕਿ ਪਿਆਰ ਨਾਲ, ਸ਼ਰਧਾ ਨਾਲ ਪਾਣੀ ਦਾ ਗਲਾਸ ਕਿਸੇ ਨੂੰ ਪੇਸ਼ ਕਰੀਏ, ਉਸ ਪਾਣੀ ਦਾ ਸਵਾਦ ਕੁਝ ਹੋਰ ਹੁੰਦਾ ਹੈ। ਨਫ਼ਰਤ ਨਾਲ, ਘਿਰਣਾ ਨਾਲ, ਕ੍ਰੋਧ ਨਾਲ ਪੇਸ਼ ਕਰੀਏ, ਉਸ ਪਾਣੀ ਦਾ ਸਵਾਦ ਕੁਝ ਹੋਰ ਹੋ ਜਾਂਦਾ ਹੈ। ਮਨੁੱਖ ਦੇ ਖਿਆਲਾਂ ਨਾਲ, ਮਨੁੱਖ ਦੀਆਂ ਤਰੰਗਾਂ ਨਾਲ ਪਾਣੀ ਵੀ ਪ੍ਰਭਾਵਿਤ ਹੁੰਦੇ ਨੇ। ਸਿਰਫ ਪਾਣੀ ਹੀ ਪ੍ਰਭਾਵਿਤ ਨਹੀਂ ਹੁੰਦਾ, ਰੇਤ ਦੇ ਜ਼ਰਰੇ ਵੀ ਪ੍ਰਭਾਵਿਤ ਹੁੰਦੇ ਨੇ। ਇਸ ਵਾਸਤੇ ਪਰਮ ਪੁਰਖ ਦੇ ਕਦਮਾਂ ਨੇ ਜਿਸ ਰੇਤ ਨੂੰ ਛੋਇਆ ਹੈ, ਉਸ ਨੂੰ ਚਰਨ ਧੂੜ ਕਹਿੰਦੇ ਨੇ, ਔਰ ਮਸਤਕ ਤੇ ਲਾਣ ਨਾਲ ਬੜੀ ਮਹਾਨਤਾ ਮੰਨੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਬੜੀ ਉਪਮਾ ਹੈ। ਇਸ ਗੱਲ ਤੋਂ ਤੇ ਇਨਕਾਰੀ ਨਹੀਂ, ਪਰ ਖੇਡ ਤੇ ਫਿਰ ਵੀ ਨਾਮ ਦੀ ਆਏਗੀ। ਨਾਮ ਹੀ ਪਾਣੀ ਦੀ ਤਾਸੀਰ ਬਦਲੇਗਾ, ਨਾਮ ਹੀ ਮਿੱਟੀ ਦੀ ਤਾਸੀਰ ਬਦਲੇਗਾ, ਨਾਮ ਹੀ ਬਾਹਰ ਦੇ ਵਾਤਾਵਰਣ ਨੂੰ ਪਾਵਨ ਕਰੇਗਾ। ਤੋ ਤੀਰਥ ਹਮਰਾ ਹਰ ਕੋ ਨਾਮ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸਾਰਾ। ਔਰ ਨਾਮ ਹਰ ਕਾ ਸਦਾ ਜਾਚੋਂ, ਦੇਹੁ ਪ੍ਰਭ ਧਰਣੀ ਧਰਾ। हे ਸੰਸਾਰ ਨੂੰ ਧਾਰਨ ਕਰਨ ਵਾਲੇ, हे ਧਰਤੀ ਨੂੰ ਧਾਰਨ ਕਰਨ ਵਾਲੇ, हे ਪ੍ਰਭੂ ਆਪਣਾ ਨਾਮ ਦੇ। ਇਹੀ ਤੀਰਥ ਹੈ, ਇਹੀ ਪਾਪਾਂ ਨੂੰ ਨਾਸ਼ ਕਰਦਾ ਹੈ, ਇਹੀ ਆਨੰਦ ਦਿੰਦਾ ਹੈ, ਇਹੀ ਸੁਖ ਦਿੰਦਾ ਹੈ। ਇਸ ਪੌੜੀ 'ਚ ਵੀ ਪਾਤਸ਼ਾਹ ਕਹਿੰਦੇ ਨੇ, ਤੀਰਥ ਨਾਵਾ ਜੇ ਤਿਸ ਭਾਵਾਂ। ਜੇ ਮੈਂ ਪਰਮਾਤਮਾ ਨੂੰ ਭਾ ਜਾਵਾਂ ਤਾਂ ਹੀ ਤੀਰਥ ਨਾਵਾਂ ਨਾ। ਬਈ ਤੀਰਥ ਦਾ ਨਾਣਾ ਤੇ ਤਾਂ ਜੋ ਉਸ ਨੂੰ ਭਾ ਜਾਈਏ। ਵਿਣ ਭਾਣੇ ਕਹਿ ਨਾਏ ਕਰੀ। ਜੇ ਉਸ ਨੂੰ ਪਾਈਏ ਹੀ ਨਾ, ਉਸ ਨੂੰ ਚੰਗੇ ਹੀ ਨਾ ਲੱਗੀਏ। ਔਰ ਉਸ ਨੂੰ ਕੌਣ ਪਾਉਂਦੇ ਨੇ, ਪਿਛਲੀਆਂ ਪੌੜੀਆਂ 'ਚ ਜ਼ਿਕਰ ਆ ਗਈ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਉਸ ਦੇ ਬਾਣੇ ਨੂੰ ਮੰਨਦੇ ਨੇ, ਪਰਮਾਤਮਾ ਨੂੰ ਉਹ ਭਾ ਜਾਂਦੇ ਨੇ। ਜੋ ਉਸ ਦੀ ਰਜ਼ਾ ਨੂੰ ਮੰਨਦੇ ਨੇ, ਜੋ ਉਸ ਦੇ ਬਾਣੇ ਨੂੰ ਮੰਨ ਲੈਂਦੇ ਨੇ, ਪਰਮਾਤਮਾ ਨੂੰ ਉਹ ਭਾ ਜਾਂਦੇ ਨੇ। ਉਸੇ ਦਾ ਹੀ ਵਿਸਤਾਰ ਹੈ। ਜੇ ਮੈਂ ਉਸ ਨੂੰ ਪਾਇਆ ਹੀ ਨਹੀਂ, ਤੇ ਜੇ ਮੈਂ ਉਸ ਦੀ ਰਜ਼ਾ ਦੇ 'ਚ ਜੀਵਿਆ ਹੀ ਨਹੀਂ, ਤੇ ਕੀ ਇਸ਼ਨਾਨ ਕੀਤਾ? ਮੈਂ ਕੁਛ ਨਹੀਂ ਇਸ਼ਨਾਨ ਕੀਤਾ। ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ, ਪੰਕਤੀਆਂ ਪੜ੍ਹਨੀਆਂ। ਜੇਤੀ ਸ੍ਰਿਸ਼ਟ ਉਪਾਈ ਵੇਖਾਂ, ਵਿਣ ਕਰਮ ਆਖੈ ਮਿਲੇ ਲਈ। ਜਿਤਨੀ ਸ੍ਰਿਸ਼ਟੀ ਹੈ ਪਰਿਪੂਰਨ, ਪਰਮਾਤਮਾ ਤੋਂ ਬਣਾਈ ਹੈ। ਮੈਂ ਵੇਖਦਾ ਕਿ
ਬਿਨਾਂ ਕਰਮਾਂ ਤੋਂ ਕੀ ਮਿਲਦਾ ਹੈ? ਕੁਛ ਵੀ ਨਹੀਂ ਮਿਲਦਾ, ਕੁਛ ਵੀ ਨਹੀਂ ਮਿਲਦਾ। ਤੋ ਕਰਮ ਨੂੰ ਦੋ ਪਾਸੇ ਲੈ ਗਏ ਨੇ ਸਿੱਖ ਜਗਤ ਦੇ ਵਿਦਵਾਨ। ਕਰਮ ਨੂੰ ਲੈ ਗਏ ਨੇ ਬਖਸ਼ਿਸ਼ ਵਾਲੇ ਪਾਸੇ, ਉਹ ਜੋ ਕਹਿੰਦੇ ਨੇ ਇਹ ਕਰਮ ਸ਼ਬਦ ਫਾਰਸੀ ਦਾ ਹੈ, ਤੇ ਫਾਰਸੀ ਦੇ ਵਿੱਚ ਬਖਸ਼ਿਸ਼ ਲਈ ਲਫ਼ਜ਼ ਹੈ ਕਰਮ। ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ। ਕਰਮ ਦੇ ਅਰਥ ਬਖਸ਼ਿਸ਼। ਪਰ ਕੁਝ ਮਹਾਨ ਵਿਦਵਾਨ ਇਸ ਨੂੰ ਲੈ ਗਏ ਨੇ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਇੱਥੇ ਕਰਮ ਦੇ ਮਤਲਬ ਨੇ ਕੰਮ। ਕਰਮ ਕ੍ਰਿਤ ਕਰਨਾ। ਬਿਨਾਂ ਕੁਛ ਕੀਤਿਆਂ ਕੀ ਪ੍ਰਾਪਤ ਹੋ ਸਕਦਾ ਹੈ? ਕੁਛ ਵੀ ਨਹੀਂ। ਬਿਨਾਂ ਕੁਛ ਕੀਤਿਆਂ ਕੀ ਪ੍ਰਾਪਤ ਹੋ ਸਕਦਾ ਹੈ? ਕੁਛ ਵੀ ਨਹੀਂ। ਕਹਿੰਦੇ ਨੇ ਮਨੁੱਖ ਦੇ ਨਾਲ ਹੀ ਕਰਮ ਦੀ ਜ਼ਿੰਮੇਵਾਰੀ ਚੱਲ ਪੈਂਦੀ ਹੈ, ਪਸ਼ੂਆਂ ਦੇ ਨਾਲ ਨਹੀਂ ਹੈ, ਪੰਛੀਆਂ ਦੇ ਨਾਲ ਨਹੀਂ ਹੈ। ਜਿੱਥੇ ਸੁਚੇਤ ਹੋਇਆ ਮਨੁੱਖ, ਸਾਵਧਾਨ ਹੋਇਆ, ਗਿਆਨ ਪੈਦਾ ਹੋਇਆ, ਕਰਮ ਦੀ ਜ਼ਿੰਮੇਵਾਰੀ ਨਾਲ ਚੱਲ ਪਈ। ਕਰਮ ਦੀ ਜ਼ਿੰਮੇਵਾਰੀ ਵਿੱਚ ਪਸ਼ੂ ਜਗਤ ਨਹੀਂ ਆਉਂਦਾ, ਕਰਮ ਦੀ ਜ਼ਿੰਮੇਵਾਰੀ ਵਿੱਚ ਪੰਛੀ ਨਹੀਂ ਆਉਂਦੇ, ਕੀੜੇ ਮਕੌੜੇ ਨਹੀਂ ਆਉਂਦੇ। ਪ੍ਰਕਿਰਤੀ ਦੀ ਉਂਗਲ ਪਕੜ ਕੇ ਉਹ ਚੱਲ ਰਹੇ ਨੇ, ਉਹਨਾਂ ਦੀ ਕੋਈ ਸੁਤੰਤਰਤਾ ਵੀ ਨਹੀਂ, ਬੱਝੀ ਹੋਈ ਜ਼ਿੰਦਗੀ ਹੈ। ਪ੍ਰਕਿਰਤੀ ਉਹਨਾਂ ਨੂੰ ਜਿਸ ਤਰ੍ਹਾਂ ਜੀਵਨ ਦਾ ਹੱਕ ਦੇਣਾ ਚਾਹੁੰਦੀ ਹੈ ਉਸੇ ਢੰਗ ਨਾਲ ਜੀਵਣਗੇ, ਉਸ ਤੋਂ ਜ਼ਿਆਦਾ ਨਹੀਂ ਜੀ ਸਕਦੇ। ਭਾਵ ਭੁੱਖੀ ਮਰ ਜਾਏਗੀ ਗਊ, ਮਾंस ਨਹੀਂ ਖਾਏਗੀ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਪ੍ਰਕਿਰਤੀ ਨੇ ਉਹਨਾਂ ਦਾ ਢੰਗ ਬਣਾ ਰੱਖਿਆ ਹੈ। ਆਪਣੇ ਖੁਰਾਕ ਬਾਰੇ ਵੀ ਸੁਤੰਤਰਤਾ ਦੇ ਨਾਲ ਚੋਣ ਨਹੀਂ ਕਰ ਸਕਦਾ ਸ਼ੇਰ। ਬੁੱਢੇ ਸ਼ੇਰ ਕਈ ਦਫਾ ਸ਼ਿਕਾਰ ਨਹੀਂ ਕਰ ਸਕਦੇ, ਪਰ ਭੁੱਖ ਤੋਂ ਤੜਪ ਕੇ ਮਰ ਸਕਦੇ ਨੇ, ਘਾਸ ਨਹੀਂ ਖਾਂਦੇ। ਉਹਨਾਂ ਦੀ ਖੁਰਾਕ ਹੀ ਨਹੀਂ ਹੈ। ਔਰ ਇਸੇ ਤਰੀਕੇ ਨਾਲ ਭੁੱਖੀ ਮਰੇਗੀ ਗਊ, ਮਾंस ਨਹੀਂ ਖਾਏਗੀ। ਇਹ ਉਸ ਦੀ ਖੁਰਾਕ ਹੀ ਨਹੀਂ ਹੈ। ਖਾਨ ਪਾਨ ਪ੍ਰਤੀ ਪ੍ਰਕਿਰਤੀ ਨੇ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਜ਼ਿੰਦਗੀ ਉਹਨਾਂ ਦੀ ਬੱਝੀ ਹੋਈ ਹੈ, ਸੁਤੰਤਰ ਨਹੀਂ ਨੇ। ਇਸ ਵਾਸਤੇ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ, ਅੱਜ ਵੀ ਉੱਥੇ ਨੇ। ਪਰ ਮਨੁੱਖ ਦੀ ਦੁਨੀਆ 'ਚ ਹਰ 1000-1500 ਸਾਲ ਬਾਅਦ ਯੁੱਗ ਬਦਲ ਜਾਂਦਾ ਹੈ, ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ, ਸਭ ਕੁਝ ਬਦਲ ਜਾਂਦਾ ਹੈ। ਮੈਂ ਉਸ ਦਿਨ ਅਰਜ਼ ਕੀਤੀ ਸੀ ਤ੍ਰੇਤਾ, ਦੁਆਪਰ ਤੇ ਕਲਯੁਗ ਇਹ ਸਾਰੇ 5000 ਸਾਲ ਦੇ 'ਚ ਹੋ ਜਾਂਦੇ ਨੇ। ਗਾਲਬਨ ਸ਼੍ਰੀ ਰਾਮ ਨੂੰ ਹੋਇਆ 5000 ਸਾਲ ਹੋਏ ਨੇ, ਸ਼੍ਰੀ ਕ੍ਰਿਸ਼ਨ ਨੂੰ ਹੋਇਆ 3500 ਸਾਲ, ਤੇ ਗੁਰੂ ਨਾਨਕ 500-550 ਸਾਲ। 3 ਯੁਗਾਂ ਦੇ ਅਵਤਾਰੀ ਪੁਰਸ਼ ਇਹਨਾਂ 5000 ਸਾਲਾਂ 'ਚ ਹੋ ਗਏ। ਇੱਕ ਯੁੱਗ ਲੱਖਾਂ ਸਾਲਾਂ ਵਰਗਾ ਹੈ, ਇਸ ਤਰ੍ਹਾਂ ਦਾ ਤੇ ਕੋਈ ਸਬੂਤ ਨਹੀਂ ਮਿਲਦਾ। 1000, 1500, 2000 ਸਾਲ ਬਾਅਦ ਯੁੱਗ ਬਦਲ ਜਾਂਦਾ ਹੈ। ਤੇ ਯੁੱਗ ਦਾ ਬਦਲਣਾ ਕੀ ਹੈ? ਮਨੁੱਖ ਦੀ ਸੋਚਣੀ ਬਦਲ ਜਾਂਦੀ ਹੈ, ਮਨੁੱਖ ਦਾ ਖਾਣ ਪਾਨ ਪਹਿਰਾਨ ਬਦਲ ਜਾਂਦਾ ਹੈ, ਮਨੁੱਖ ਦੇ ਕੁਝ ਸਮਾਜਿਕ ਰਿਸ਼ਤੇ ਬਦਲ ਜਾਂਦੇ ਨੇ, ਮਨੁੱਖ ਦੀ ਕੁਝ ਧਾਰਮਿਕ ਦੁਨੀਆ ਬਦਲ ਜਾਂਦੀ ਹੈ, ਮਨੁੱਖ ਦਾ ਕੁਝ ਰਹਿਣ ਸਹਿਣ ਬਦਲ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਪਾਵਨ ਸ਼ਬਦ ਵੀ ਹੈ ਰਾਮਕਲੀ ਰਾਗ ਦੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਯਰ ਤਪਤਰ ਹੈ। ਉਹੀ ਧਰਤੀ ਹੈ, ਉਹੀ ਤਾਰੇ ਨੇ, ਉਹੀ ਦਿਨਯਰ ਸੂਰਜ ਹੈ, ਉਹੀ ਚੰਦਰਮਾ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ। ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਯਰ ਤਪਤਰ ਹੈ। ਸਾ ਧਰਤੀ, ਇਹ ਧਰਤੀ ਵੀ ਹੋਈ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ। ਸਾ ਧਰਤੀ ਸਾ ਪਵਨ ਝੁਲਾਰੇ, जुग जी खेले थाव कैसे। पवन कोई बदल नहीं गई, वही है। सागर कोई बदल नहीं गए, वही ने। धरती कोई बदल नहीं गई, वही है। सूरज कोई बदल नहीं गया, वही है। सब कुछ थे वही है। तो फिर किस तरह कह रहे हैं युग बदलता है? युग बदलता है मनुख दे नाल, सूरज दे नाल युग नहीं बदलता। सूरज दे नाल रुत बदलती है, सूरज दे नाल दिन बदलता है, सूरज दे नाल महीने बदलते हैं, सूरज दे नाल युग नहीं बदलता।
ਮਨੁੱਖ ਦੇ ਨਾਲ ਯੁੱਗ ਬਦਲਦਾ ਹੈ। ਜੈਸੇ ਸਾਰੀਆਂ ਰੁੱਤਾਂ ਸੂਰਜ ਕਰਕੇ ਨੇ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇੱਕ ਸੂਰਜ ਕਰਕੇ ਕਈ ਰੁੱਤਾਂ ਬਦਲਦੀਆਂ ਨੇ, ਇੱਕ ਮਨੁੱਖ ਕਰਕੇ ਬਾਰ-ਬਾਰ ਯੁੱਗ ਬਦਲਦੇ ਨੇ, ਬਾਰ-ਬਾਰ ਯੁੱਗ ਬਦਲਦੇ ਨੇ। ਖੁਲਾਸਾ ਤੇ ਕਿਸੇ ਵਕਤ ਫਿਰ ਕਰਾਂਗੇ, ਪਰ ਮੈਂ ਅਰਜ਼ ਕਰਾਂ 3 ਯੁੱਗ ਕਮ ਸੇ ਕਮ 5000 ਸਾਲ ਦੇ ਵਿੱਚ ਹੋ ਜਾਂਦੇ ਨੇ, ਕਿਉਂਕਿ ਸਤਯੁਗ ਦੇ ਵਿੱਚ ਕੋਈ ਮਾਕੂਲ, ਕੋਈ ਪ੍ਰਬਲ ਅਵਤਾਰ ਮੰਨਿਆ ਹੀ ਨਹੀਂ ਗਿਆ। 52 ਅਵਤਾਰ ਮੰਨਦੇ ਨੇ, 52। ਤ੍ਰੇਤੇ ਤੋਂ ਅਵਤਾਰਾਂ ਦੀ ਪਰੰਪਰਾ ਚਲੀ, ਔਰ ਇਸ ਤਰ੍ਹਾਂ ਦੁਆਪੁਰ ਤੇ ਕਲਯੁਗ। ਮੁਖਤਸਰ ਮੈਂ ਅਰਜ਼ ਕਰਾਂ 1000-1500 ਸਾਲ ਬਾਅਦ ਮਨੁੱਖ ਦੀ ਸੋਚਣੀ ਬਦਲ ਜਾਂਦੀ ਹੈ, ਖਾਨ ਪਾਨ ਪਹਿਰਾਨ ਬਦਲ ਜਾਂਦਾ ਹੈ, ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ, ਸਭ ਕੁਝ ਬਦਲ ਜਾਂਦਾ ਹੈ। ਮਨੁੱਖ ਦੇ ਵਿਚਾਰ ਦੇ ਬਦਲਦਿਆਂ, ਸੋਚਣੀ ਦੇ ਬਦਲਦਿਆਂ, ਰਹਿਣ ਸਹਿਣ ਦੇ ਬਦਲਦਿਆਂ ਸਾਰੇ ਦਾ ਸਾਰਾ ਯੁੱਗ ਬਦਲ ਜਾਂਦਾ ਹੈ, ਦੁਨੀਆ ਬਦਲ ਜਾਂਦੀ ਹੈ। ਤੋ ਮਹਾਰਾਜ ਇੱਥੇ ਕਹਿ ਰਹੇ ਨੇ, ਮੈਂ ਦੇਖਦਾ ਜਗਤ ਵਿੱਚ ਬਿਨਾਂ ਕੀਤਿਆਂ ਕੀ ਕੁਝ ਪ੍ਰਾਪਤ ਹੁੰਦਾ ਹੈ, ਕੁਝ ਵੀ ਨਹੀਂ। ਵੇਖਾਂ ਵਿਣ ਕਰਮਾ ਕਹਿ ਮਿਲੇ ਲਈ। ਤੇ ਜੇ ਇਸ ਨੂੰ ਹੁਣ ਆਧਾਰ ਬਣਾ ਕੇ ਮੈਂ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਵਿਦਵਾਨ ਐਸਾ ਕਹਿੰਦੇ ਨੇ, ਕਰਮ 2 ਤਰ੍ਹਾਂ ਦੇ ਨੇ, ਕਿਉਂਕਿ ਸਰੀਰ ਹੈ ਮਨੁੱਖ ਕੋਲ, ਮਨ ਹੈ ਮਨੁੱਖ ਕੋਲ। ਜੋ ਸਰੀਰ ਦੇ ਤਲ ਤੇ ਪ੍ਰਗਟ ਹੋਵੇ ਉਹਨੂੰ ਕਹਿੰਦੇ ਨੇ ਕਰਮ ਕ੍ਰਿਤ, ਤੇ ਜੋ ਮਨ ਦੇ ਤਲ ਤੇ ਚਲੇ ਉਸ ਨੂੰ ਕਹਿੰਦੇ ਨੇ ਕਰਮ ਵਿਚਾਰ। 2 ਤਰ੍ਹਾਂ ਦੇ ਕਰਮ, ਧਿਆਨ ਨਾਲ ਸਰਵਣ ਕਰਨਾ। ਕਰਮ ਕ੍ਰਿਤ, ਕਰਮ ਵਿਚਾਰ। ਜੋ ਮੇਰੇ ਤਨ ਦੇ ਤਲ ਤੇ ਪ੍ਰਗਟ ਹੋਵੇ, ਮੇਰੇ ਸਰੀਰ ਤੋਂ ਪ੍ਰਗਟ ਹੋਵੇ, ਮੇਰੇ ਹੱਥਾਂ ਤੋਂ ਪ੍ਰਗਟ ਹੋਵੇ, ਮੇਰੀ ਜ਼ੁਬਾਨ ਤੋਂ ਪ੍ਰਗਟ ਹੋਵੇ, ਵਾਚਕ ਕਰਮ ਬੋਲਣਾ, ਕਰਮ ਕ੍ਰਿਤ। ਔਰ ਜੋ ਮੇਰੇ ਮਨ ਵਿੱਚ ਚੱਲਦਾ ਰਹਿੰਦਾ, ਸੋਚਣੀ ਚੱਲਦੀ ਹੈ, ਯਾਦਾਂ ਚੱਲਦੀਆਂ ਨੇ, ਫੁਰਨੇ ਚੱਲਦੇ ਨੇ, ਕਰਮ ਵਿਚਾਰ। ਪ੍ਰਥਮ ਸ਼੍ਰੇਣੀ ਵਿੱਚ ਉਸ ਮਨੁੱਖ ਨੂੰ ਧਾਰਮਿਕ ਦੁਨੀਆ ਮੰਨਦੀ ਹੈ, ਭਗਤ ਸੰਤ ਬ੍ਰਹਮ ਗਿਆਨੀ, ਜਿਸ ਦੀ ਕ੍ਰਿਤ ਵੀ ਮਹਾਨ, ਜਿਸ ਦੀ ਵਿਚਾਰ ਵੀ ਮਹਾਨ। ਉਸ ਸਰੀਰ ਦੇ ਤਲ ਤੇ ਜੋ ਕ੍ਰਿਤ ਕਰੇਗਾ, ਉਸ ਕ੍ਰਿਤ ਤੋਂ ਜਗਤ ਨੂੰ ਕੁਝ ਲਾਭ ਤੇ ਹੋ ਸਕਦਾ ਹੈ, ਚੋਟ ਨਹੀਂ ਪਹੁੰਚੇਗੀ। ਔਰ ਉਸ ਦੇ ਵਿਚਾਰਾਂ ਦੇ ਵਿੱਚ ਤੇ ਨਿਰੰਕਾਰ ਆਉਂਦਾ ਹੈ, ਉਹਦੀ ਸੋਚਣੀ ਦੇ ਵਿੱਚ ਤੇ ਪ੍ਰਮਾਤਮਾ ਆਉਂਦਾ ਹੈ, ਉਹਦੀਆਂ ਯਾਦਾਂ ਦੇ ਵਿੱਚ ਤੇ ਈਸ਼ਵਰ ਆਉਂਦਾ ਹੈ। ਕਰਮ ਕ੍ਰਿਤ ਬੜੀ ਮਹਾਨ, ਕਰਮ ਵਿਚਾਰ ਬੜੇ ਮਹਾਨ। ਇਹ ਬਾਹਰੋਂ ਵੀ ਮਹਾਨ, ਅੰਦਰੋਂ ਵੀ ਮਹਾਨ। 1000 ਜਾਂ ਫਿਦਾਏ ਆਂਕੇ ਜ਼ਬਾਨਸ਼ ਦਿਲਸ਼ ਯਕੇਸਤ। ਅੰਦਰੋਂ ਬਾਹਰੋਂ ਜੋ ਇੱਕ ਹੈ, ਹਾਫਿਜ਼ ਕਹਿੰਦੇ ਨੇ 1000 ਜਾਨਾਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ, ਸਦਕੇ ਕੀਤੀਆਂ ਜਾ ਸਕਦੀਆਂ, ਉਹ ਇਤਨਾ ਮਹਾਨ ਹੈ। ਇੱਕ ਦੂਸਰਾ ਤਬਕਾ, ਕਰਮ ਵਿਚਾਰ ਬੜੇ ਮਹਾਨ ਨੇ, ਸੋਚਣੀ ਬੜੀ ਮਹਾਨ ਹੈ, ਯਾਦਾਂ ਠੀਕ ਨੇ, ਨੀਅਤ ਠੀਕ ਹੈ। ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ, ਕਰਮ ਕ੍ਰਿਤ ਗਲਤ ਹੋ ਜਾਂਦੀ ਹੈ। ਕਦੀ ਕਦੀ ਕ੍ਰਿਤ ਗਲਤ ਹੋ ਜਾਏ, ਸਮਾਜ ਨੂੰ ਪ੍ਰਵਾਨ ਨਹੀਂ, ਸਮਾਜ ਕਬੂਲ ਨਹੀਂ ਕਰਦਾ। ਕ੍ਰਿਤ ਗਲਤ ਹੋ ਜਾਏ, ਕਾਨੂੰਨ ਵੀ ਕਬੂਲ ਨਹੀਂ ਕਰਦਾ। ਕਾਨੂੰਨ ਸਜ਼ਾ ਦਿੰਦਾ ਹੈ ਜਿਹਦੀ ਕ੍ਰਿਤ ਗਲਤ ਹੋ ਜਾਏ। ਤੇ ਕ੍ਰਿਤ ਗਲਤ ਕੀ? ਜਿਸ ਕ੍ਰਿਤ ਨਾਲ ਕਿਸੇ ਨੂੰ ਚੋਟ ਪਹੁੰਚ ਜਾਏ, ਕਿਸੇ ਤਰੀਕੇ ਦੀ ਵੀ ਚੋਟ ਪਹੁੰਚ ਜਾਏ, ਉਹ ਕ੍ਰਿਤ ਗਲਤ ਹੈ। ਤੋ ਸਮਾਜ ਦੀ ਨਿਗਾਹ ਵਿੱਚ ਉਹ ਮਨੁੱਖ ਗਿਰਦਾ ਹੈ ਜਿਹਦੀ ਕ੍ਰਿਤ ਗਲਤ ਹੋ ਜਾਏ। ਕਾਨੂੰਨ ਦੀ ਨਜ਼ਰਾਂ ਵਿੱਚ ਉਹ ਮਨੁੱਖ ਦੋਸ਼ੀ ਹੈ, ਅਪਰਾਧੀ ਹੈ, ਜਿਹਦੀ ਕ੍ਰਿਤ ਗਲਤ ਹੋ ਜਾਏ। ਭਾਵੇਂ ਵਿਚਾਰ ਠੀਕ ਹੋਵਨ, ਭਾਵੇਂ ਸੋਚਣੀ ਠੀਕ ਹੋਵੇ, ਭਾਵੇਂ ਨੀਅਤ ਠੀਕ ਹੋਵੇ। ਪਰ ਮੈਂ ਅਰਜ਼ ਕਰਾਂ, ਇਹ ਦੂਜੀ ਸ਼੍ਰੇਣੀ 'ਚ ਆ ਜਾਂਦੇ ਨੇ। ਕਰਮ ਵਿਚਾਰ ਤੇ ਬੜੇ ਨਿਰਮਲ ਨੇ, ਸੋਚਣੀ ਬੜੀ ਪਵਿੱਤਰ ਹੈ, ਭਾਵਨਾ ਬੜੀ ਨਿਰਮਲ ਹੈ, ਨੀਅਤ ਬੜੀ ਸਾਫ਼ ਹੈ। ਕ੍ਰਿਤ ਕਦੀ ਕਦੀ ਗਲਤ ਹੋ ਜਾਂਦੀ ਹੈ,
जैसे मैं एक उदाहरण दें, संध्या दा वकत दशरथ श्री राम दे पिता शिकार ते निकले ने। ऐसा महसूस होया जैसे सरोवर दे च एक हिरन पानी पी रहा है, खिंच के बाण मारिया, मनुख दे चीखण दी आवाज आई, भज्जे होए गए, देखिया कि ते शरवण कुमार है, इते बंदा है, मेरे कोल ते बंदा मारिया गया। रोंदे ने उथे दशरथ ਜ਼ਾਰੋ ਜ਼ਾਰ, हे प्रभु ये की हो गया। और ये रोना कम से कम 12-13 सफियां ते तुलसी ने लिखे है। रोई जाते हैं, तड़पते पे ने, तीर लगे है शरवण नूं, तड़प तड़प के वो अपने प्राण दे रहा है, पर उस तो भी कई गुणा ज्यादा तड़प रहा है। दशरथ ऐ की हो गया मैथों। मारन का कोई इरादा नहीं सी, सोच के नहीं आए सन, विचारां दे शरवण नूं मारना नहीं सी, हो गई कृत गलत हो गई, करनी गलत हो गई, कृत गलत हो गई। विचार ठीक ने, नीयत ठीक है, भावना ठीक है। एक दूसरा उदाहरण, 12 मूला दी गल 6वें पातशाह धन गुरु हरगोबिंद साहब जी महाराज घोड़े ते असवार आ रहे ने। माई ने लगाम पकड़ ली घोड़े दी, एक बिरध माता ने, ते मुंह जो कुछ बोल दी। कवि संतोख सिंह जी ने लंबी चौड़ी वार्ता लिखी है। माई कही जाती है, तुसी पतित मैं पतित पावन, तुसी पतित मैं पतित पावन, तुसी पतित मैं पतित पावन। इहदा मतलब तुसी पापी हो तो मैं पाप थोड़े पाप धोण वाली हाँ। कही जाती है, कही जाती है, बोली जाती है। तुसी पतित मैं पतित पावन, रोई भी जाती है, आखी भी जाती है, हाथ भी जुड़े, लगाम भी पकड़ी हुई है। सेवादार ने हथों लगाम छुड़ा के धक्का दे के एक पासे किया, आख्या मूर्ख की आख रही है, तेनू इतनी भी समझ नहीं, की आख रही है। एकदम 6वें पातशाह घोड़े तो उतरे, एकदम उतरदियां सार माता नू गलवकड़ी च ले लिया, आख्या मां तू ठीक कह रही है, तू ठीक कह रही है, तू जो कुछ भी कह रही है ठीक कह रही है। धन गुरु ग्रंथ साहब जी महाराज दी पंक्ति, जे बाहरों भुल चुक बोल दे भी खरे हर बाणे। कृत गलत हो गई है, भावना गलत नहीं है, नीयत गलत नहीं है, सोचनी गलत नहीं है, कर्मकृत गलत हो गया। पर कर्मकृत गलत हो गया तो समाज नू कबूल नहीं होता, समाज नू नहीं चंगा लगता, यदि कृत गलत हो गई है। तो कानून नू ते बिल्कुल प्रवान नहीं, कानून ते अगर कृत बहुत माड़ी होवे ते अगले नू बहुत चोट पहुंची होवे तो सजा भी है। दशरथ राजा सी, ठीक है, वो खुद ही तड़प लिया, वो अपने आप को आप ही सजा देंदा पिया, राजा सी खुद। वरना किधरे अज दा निजाम आउंदा तो फिर ते कातल सी, कतल दे दोष दे शायद पकड़िया जांदा। पर मैं अर्ज करां, कृत गलत हो गई है दशरथ दे कोलों, समाज नू कबूल नहीं है, ये कानून नू भी कबूल नहीं हो सकती, परमात्मा नू कबूल है, परमात्मा नू प्रवान है। ठीक है, कृत गलत हो गई है, भावना गलत नहीं है, कृत गलत हो गई है, नीयत गलत नहीं है, कृत गलत हो गई है, विचार गलत नहीं है। ऐसा कदी कदाई होता है, किसे किसे नाल होता है। बड़े तो बड़े पवित्र लोगों कोल भी ऐसी गल हुई है, कृत गलत हो गई है। और जे तुसी सुन सकते हो तो मैनू कहने की इजाजत होवे ते बड़े बड़े अवतारां कोल भी कृत गलत हुई है, हो गई है। नीयत नहीं सी उन्हां दी, भावना नहीं सी, सोचनी नहीं सी, हो गई। करन दी भावना नहीं सी। ऐसा हो जाए
ਉਹਨਾਂ ਦੀ ਭਾਵਨਾ ਨਹੀਂ ਸੀ, ਕਦੇ ਸੋਚਿਆ ਵੀ ਨਹੀਂ ਸੀ, ਹੋ ਗਿਆ। ਲੇਕਿਨ ਈਸ਼ਵਰ ਦੇ ਦਰਬਾਰ ਦੇ ਵਿੱਚ ਇਹ ਦੋਸ਼ੀ ਨਹੀਂ ਨੇ, ਇਹ ਸੰਤ, ਇਹ ਭਗਤ ਦੋਸ਼ੀ ਨਹੀਂ ਨੇ। ਦਸ਼ਰਥ ਵੀ ਆਪਣੇ ਜ਼ਮਾਨੇ ਦਾ ਇੱਕ ਸੰਤ ਪੁਰਸ਼ ਹੈ, ਸਾਧਨਾ ਕਰਨ ਵਾਲਾ ਸੀ, ਤਪੱਸਿਆ ਕਰਨ ਵਾਲਾ ਸੀ, ਤੇ ਵਕਤ ਦੇ ਅਵਤਾਰੀ ਪੁਰਸ਼ ਦਾ ਪਿਤਾ ਹੈ। ਧਾਰਮਿਕ ਰਾਜਾ ਹੈ, ਕ੍ਰਿਤ ਗਲਤ ਹੋ ਗਈ ਹੈ, ਔਰ ਥੋੜੀ ਬਹੁਤ ਨਹੀਂ ਗਲਤ ਹੋਈ, ਬਹੁਤ ਵੱਡੀ ਗਲਤ ਹੋਈ ਹੈ, ਬੰਦਾ ਮਰ ਗਿਆ ਹੈ। ਪਰ ਮੈਂ ਅਰਜ਼ ਕਰਾਂ, ਈਸ਼ਵਰ ਦੀ ਦ੍ਰਿਸ਼ਟੀ ਦੇ ਵਿੱਚ ਇਹ ਗੁਨਾਹ ਨਹੀਂ ਹੈ, ਪਾਪ ਨਹੀਂ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਪ੍ਰਥਮ ਸ਼੍ਰੇਣੀ ਦੇ ਵਿੱਚ ਕ੍ਰਿਤ ਵੀ ਠੀਕ ਹੈ, ਵਿਚਾਰ ਵੀ ਠੀਕ ਨੇ। ਕਰਮ ਕ੍ਰਿਤ ਬੜੀ ਪਾਵਨ ਹੈ, ਕਰਮ ਵਿਚਾਰ ਬੜੇ ਸ਼ੁੱਧ ਨੇ। ਇਹ ਸਮਾਜ ਨੂੰ ਵੀ ਕਬੂਲ ਹੈ, ਪਰਮਾਤਮਾ ਨੂੰ ਵੀ ਕਬੂਲ ਹੈ, ਸੰਸਾਰ ਨੂੰ ਵੀ ਕਬੂਲ ਹੈ, ਨਿਰੰਕਾਰ ਨੂੰ ਵੀ ਕਬੂਲ ਹੈ। ਦੂਸਰਾ, ਨੀਅਤ ਠੀਕ ਹੈ, ਭਾਵਨਾ ਠੀਕ ਹੈ, ਵਿਚਾਰ ਠੀਕ ਨੇ, ਸੋਚਣੀ ਠੀਕ ਹੈ। ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ, ਕਦੀ ਕਦੀ। ਸਮਾਜ ਨੂੰ ਤੇ ਇਹ ਮਨੁੱਖ ਕਬੂਲ ਨਹੀਂ ਹੋ ਸਕਦਾ, ਪਰ ਪਰਮਾਤਮਾ ਨੂੰ ਕਬੂਲ ਹੈ। ਪਰਮਾਤਮਾ ਦੀ ਦ੍ਰਿਸ਼ਟੀ ਚ ਕਾਬਲੇ ਮਾਫ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਵੀ ਖਰੇ ਹਰ ਬਾਣੇ। ਇੱਕ ਤੀਸਰਾ, ਕ੍ਰਿਤ ਬਿਲਕੁਲ ਠੀਕ ਹੈ, ਜੋ ਬੋਲਦਾ ਹੈ, ਜੋ ਕਰਦਾ ਹੈ, ਬਿਲਕੁਲ ਠੀਕ ਹੈ। ਸਮਾਜ ਕਬੂਲ ਕਰਦਾ ਹੈ, ਕਾਨੂੰਨ ਵੀ ਕਬੂਲ ਕਰਦਾ ਹੈ, ਠੀਕ, ਕ੍ਰਿਤ ਠੀਕ ਹੈ। ਨੀਅਤ ਠੀਕ ਨਹੀਂ ਹੈ, ਭਾਵਨਾ ਠੀਕ ਨਹੀਂ ਹੈ, ਸੋਚਣੀ ਠੀਕ ਨਹੀਂ ਹੈ, ਵਿਚਾਰ ਠੀਕ ਨਹੀਂ ਨੇ, ਕ੍ਰਿਤ ਠੀਕ ਹੈ। ਇਸ ਸਮਾਜ ਨੂੰ ਕਬੂਲ ਹੋ ਸਕਦਾ ਹੈ, ਗੁਰੂ ਨੂੰ ਕਬੂਲ ਨਹੀਂ ਹੈ। ਇਹ ਕਾਨੂੰਨ ਦੀ ਨਿਗਾਹ ਠੀਕ ਹੋ ਸਕਦਾ ਹੈ, ਪਰਮਾਤਮਾ ਦੀ ਨਿਗਾਹ ਦੇ ਠੀਕ ਨਹੀਂ ਹੈ। ਗੁਰੂ ਅਰਜਨ ਦੇਵ ਜੀ ਇਸ ਨੂੰ ਕਹਿੰਦੇ ਨੇ ਪਖੰਡ। ਕ੍ਰਿਤ ਠੀਕ ਹੈ, ਭਾਵਨਾ ਠੀਕ ਨਹੀਂ ਹੈ। ਕ੍ਰਿਤ ਠੀਕ ਹੈ, ਨੀਅਤ ਠੀਕ ਨਹੀਂ ਹੈ। ਕਰਮ ਕ੍ਰਿਤ ਬੜੀ ਮਹਾਨ ਹੈ, ਕਰਮ ਵਿਚਾਰ, ਕਰਮ ਨੀਅਤ ਬੜੀ ਨੀਚ है। जितनी बार उच्ची कृत प्रकट कर रहा है उतनी सोचनी नीवी है, उतने विचार नीवे ने। जितना बार पवित्र कर्म कर रहा है उतनी नीयत गंदी है। इसनू महाराज इंज कहते ने कर्म धर्म पाखंड जो दिसे, जो दिखाई दे रहा है। पाखंड, पाखंड का मतलब खंड खंड। बाहर दे तल ते कृत बड़ी महान दिखाई दे रही है, बड़ी महान। दान कर रहा है, पुण्य कर रहा है, सत्संग दे च बैठा है, बाणी पढ़ रहा है, मंदिर मस्जिद गुरुद्वारे जा रहा है, परोपकार कर रहा है, कृत बड़ी महान। लोकी कहते हैं महान। नीयत बैठी है, सोचनी बैठी है, विचार चंगे नहीं ने। गुरु अर्जन देव जी महाराज कहते हैं पखंड। कृत समाज नूं दिखाई देंदी है, विचार समाज नूं दिखाई नहीं देंदे। कृत कानून नूं दिखाई देंदी है, नीयत कानून नूं दिखाई नहीं देंदी। ऐसा मनुख संसार दे तल ते कबूल है, निरंकार दे तल ते काबले कबूल नहीं, परमात्मा नूं कबूल नहीं। साहिब ते साफ कहते पैने पखंड है। कर्म धर्म पाखंड जो दिसे तिन जम जागाती लूटे। हाफिज कहते ने तस्बीह बदस्ते जाहिद चश्मे ब माले मरदम। हथ दे च तस्बीह है, मूंह दे च अल्लाह अल्लाह। कृत ते बड़ी महान, कृत ते बड़ी ठीक। तस्बीह बदस्ते जाहिद चश्मे ब माले मरदम। ई काफिरे मुसलमा दीदम न दीदा बूदम। कहंदा काफिर ते मैं बड़े देखे सन, मुसलमान काफिर पहली दफा देखे। कुरान की तलावत करदे आया भी नीयत मैड़ी है।
तस्बीह फेरदा होया भी भावना माड़ी है, नमाज पढ़दे होया भी विचार गंदे ने। कहंदा काफर बड़े देखे सन पर मुसलमान काफर पहली दफा देखे। तस्बीह बदस्ते जाहद चश्मे बमाले मरदम ई काफिरे मुसलमा दीदम न दीदा बूदम। आगां चल के कहंदा है सीमी बरी तू जाना दिल हम चो संगे खारा दर सीम संग पिनहा दीदम न दीदा बूदम। एक प्रमाण दिता है उदाहरण। सीमी कहंदे ने चांदी नूं। चांदी निकलदी है पहाड़ां दे चों, चिट्टी चांदी। कहंदा है मैं देखिया सी, पढ़िया सी, सुनिया सी कि पत्थरां दे चों चांदी निकलदी है, पर कहंदा देख के हैरान होया चांदी दे चों पत्थर पिया निकलदा है, चिट्टे कपड़े, चिट्टा दाड़ा, फरिश्तियां वाला रूप, दिल पत्थर, कठोर, खुदाया। कन्न मुसल्ला सूफ गल, बाबा फरीद, कन्न मुसल्ला सूफ गल दिल का थी गुड़वात, ये बाहर दिसे चानना दिल अंधियारी रात। ये तो कर्म कृत दे तल ते चानना चानना है। मुसल्ला भी है, नमाज भी है, तस्बीह दा फेरना भी है, नीयत दे तल ते मसिया दी रात है, भावना दे तल ते अंधेरा ही अंधेरा है। जिन्हां ने साहिबजादियां नूं दीवारां दे चिन्हण दा फतवा आयद कीता सी, उस काजी नूं अगर देखोगे बाहर ते बड़ा चानना सी, कुरान दी तलावत करदा सी, तस्बीह हथ दे सी, बगल दे कुरान शरीफ भी सी, बड़ा चानना सी। चानना इस तरह दा औरंगजेब दे कोल भी सी, तस्बीह भी फेरदा सी, अमृत वेले भी उठदा सी, 5 वक्त नमाज भी पढ़दा सी, रोजे भी रखदा सी। और इस तो इलावा हथ नाल टोपियां बनांदा सी, कुरान शरीफ लिखदा सी, वो बाजार विच विकदी सी, उन्हां पैसिਆਂ दी रोटी खांदा सी, खजाने दे पैसे दी रोटी भी नहीं खांदा सी। और उन्हें वसीयत भी लिखी, टोपियां ते कुरान शरीफ दी बिक्री तो जिहड़े पैसे बच जान वो मेरी मैयत ते खर्च करने, अंतिम संस्कार ते मेरी कबर ते भी वही खर्च करने, और पैसा ना खर्च करना। खजाने दे पैसे नाल मेरी कबर नहीं बनानी, खजाने दे पैसे नाल मैं रोटी भी नहीं खानी। परहेजगार इतना। पर धन गुरु गोबिंद सिंह जी महाराज कहंदे ने, श्री मुखवाक पातशाही 10वीं जफरनामा, तो रामन न दानम के यजदा शनास। तू खुदा शनास नहीं है, तेनू कख भी समझ नहीं। की होया जे तू नमाजी है, की होया जे तू तस्बीह फेरदा है, की होया जे तू 2 वक्त कुरान दी तलावत कर लेना है, ते जी की होया तू रमजान दे महीने 30 दे 30 रोजे भी रख लेना है, और इस तो इलावा ज़कात भी देना है, मेहनत करके रोटी भी खाना है। शरा दे तल ते तू ठीक है, कृत दे तल ते तू ठीक है, नीयत दे तल ते तू बैड़ा है, विचारां दे तल ते तू गलत है। तो रामन न दानम के यजदा शनास, बरामद जा तो का रहा दिल खराश। समाज दी निगाह दे तू चंगा बनन लई ऐसा करदा है तो ठीक है, समाज तेनू चंगा मन रही है, खुदा दी दृष्टि तू चंगा नहीं है। तू वो कम कीते ने जिहदे नाल लोगां दे दिलां नू चोट पहुंची है, खराश पहुंची है। खुदा शनास खराश नहीं पहुंचांदा। मैं एक दफा फिर दोहरावां, कर्म कृत कर्म विचार, तन दे तल ते कीता कर्म, मन दे तल ते कीता कर्म। जबान नाल हत्थां नाल जो बाहर प्रगट होवे नूं कहंदे ने कर्म कृत, ते मन दे अंदर जो चले कर्म विचार, कर्म नीयत, कर्म भावना। पहली श्रेणी विच ओ मनुख आ जांदे ने, कृत भी ठीक है, नीयत भी ठीक है, कर्म कृत भी ठीक है, बोलते भी ठीक ने, करते भी ठीक ने, सोचते भी ठीक ने, नीयत भी ठीक है, समाज की दृष्टि च भी कबूल ने,
परमात्मा की निगाह दे च भी कबूल ने। दूसरे, नीयत ठीक है, भावना ठीक है, विचार ठीक है, कदी कदी कृत गलत हो जाती है। ये परमात्मा की निगाह दे ते काबले कबूल ने, समाज नूं कबूल नहीं हो सकते। जे बाहरों भुल चुक बोल दे भी खरे हर भाने, कोई गल नहीं। ईश्वर की निगाह दे ये खरे ने, खोटे नहीं ने। नीयत ठीक है, बुनियादी तौर पर ठीक ने, सोचनी ठीक है। अगर कुछ गलत हो जाता है तो सोच के नहीं, नीयत नाल नहीं, विचार के नहीं, हो गया। ये कबूल ने परमात्मा नूं यह गल वखरी है कि किधरे किधरे समाज इनकारी हो सकता है, कानून सजा भी दे सकता है, लेकिन ईश्वर की निगाह दे च एक काबिले कबूल ने, प्रवान ने। तीसरा, कर्मकृत बड़ी महान है और समाज दे च बड़ी प्रतिष्ठा बनी हुई है भी बड़ा महान बंदा है, सेवा करता है, दान करता है, पुण्य करता है, सत्संगी है, बड़ा चंगा है, कृत बड़ी चंगी। जो कुछ भी करता है उसके नाल लोगों की तामीर होती है, जगत की उसारी होती है। कृत बहुत ठीक है, नीयत भैड़ी है, विचार भैड़ी है, सोचनी गलत है। महाराज कहते ने ते पखंड है। समाज की निगाह दे च ठीक हो सकता है, परमात्मा की निगाह दे च नहीं। कानून की नजर च एक काबिले कबूल हो सकता है, गुरु की नजर च कबूल नहीं। ये तो पखंड है। कर्म धर्म पाखंड जो दिसे, यही पखंड औरंगजेब कोल सी, यही पखंड बहुती दुनिया कोल होंदा है। मैं बहुत विस्तार से ना बयान करना, पता नहीं कितना सुनन दा हाजमा हुंदा है मनुख दा। आम धार्मिक अनुभवी पुरुष कहन लग पे ने पखंड ही पखंड है राजनैतिक दुनिया च, और होना चाहिए वो खड़ा ही इसते है। पर बदकिस्मती है, पखंड ही पखंड है धार्मिक दुनिया च, जो पखंड ते खड़ा नहीं होना चाहिए। सारी राजनीति पखंड ते खड़ी है। राजनैतिक कहंदा कुछ है, करदा कुछ है, होंदा कुछ है, लेकिन धर्म दी दुनिया भी इसते ही खड़ी हो गई है। कृत ठीक है, नीयत ठीक नहीं। कृत बिल्कुल ठीक है, सोचनी ठीक नहीं है। कृत ठीक है, भावना ठीक नहीं है। कर्म धर्म पाखंड जो दिसे, ये जो दिखाई दे रहा है सिर्फ दिखाई दे रहा है चंगा, पर है नहीं चंगा, दिखाई दे रहे जो दिसे। ये तीसरी श्रेणी। चौथी, कृत भी भैड़ी है, विचार भी भैड़े ने। कर्म कृत भी गलत है, कर्म विचार भी गलत है। ना ये बंदा समाज नूं कबूल, ना ये परमात्मा नूं कबूल, ना ये लोक नूं कबूल है, ना परलोक नूं कबूल। ये दोवें लोग गवंत है। समाज भी इसनूं कबूल नहीं करता क्योंकि कृत नहीं ठीक। परमात्मा की निगाह दे च भी काबिले कबूल नहीं क्योंकि नीयत ठीक नहीं है, भावना ठीक नहीं है, विचार ठीक नहीं है। कर्म विचार, कर्म नीयत भावना ते कर्म कृत दे सुमेल नाल बहुत वड्डियां तामीरां होंदियां ने और मनुख नूं वो कुछ प्राप्त हो जाता है जो उसके सुपनियां च भी नहीं आता। ऐसा कुछ प्राप्त हो जाता है। इस वास्ते साहिब कहते हैं, मैं देखदा ब्रह्मंड दे च की कुछ नहीं है। मनुख ही मिट जाता है, पदार्थ नहीं मिटता है। मनुख ही मिट जाता है, परमात्मा ते व्यापक है। लेकिन पदार्थ ते परमात्मा विण कर्मा कह मिले लई, बिना कर्मा तो किथे मिलते हैं, किस तरह मिलते हैं? नहीं मिलते। सृष्टि दे ते बहुत कुछ है, संसार दे ते बहुत कुछ है, पदार्थ भी है, परमात्मा भी है, इंद्रियां दा रस भी है, नाम दा रस भी है, पदार्थां दे सुख भी ने, परमात्मा दा आनंद भी है। जगत दे ते बहुत कुछ है। जेती सृष्ट उपाई वेखा, मैं देखदा जितनी उसने सृष्टि बनाई, जितना संसार बनाया और बहुत कुछ है। सृष्टि दे च महारस भी है,
ਸ੍ਰਿਸ਼ਟੀ ਦੇ ਵਿੱਚ ਇੰਦਰੀਆਂ ਦੇ ਰਸ ਵੀ ਨੇ, ਸ੍ਰਿਸ਼ਟੀ ਦੇ ਵਿੱਚ ਬਾਹਰ ਦੀਆਂ ਸਹੂਲਤਾਂ ਵੀ ਨੇ, ਸ੍ਰਿਸ਼ਟੀ ਦੇ ਵਿੱਚ ਅੰਦਰ ਦਾ ਆਨੰਦ ਵੀ ਹੈ। ਪਰ ਵੇਖਾਂ, ਮਹਾਰਾਜ ਕਹਿੰਦੇ ਮੈਂ ਦੇਖਦਾ ਵਿਣ ਕਰਮਾ ਕਹਿ ਮਿਲੇ ਲਈ, ਬਿਨਾਂ ਕਰਮਾਂ ਤੋਂ ਕੀ ਪ੍ਰਾਪਤ ਹੁੰਦਾ ਹੈ? ਕੁਛ ਵੀ ਨਹੀਂ ਪ੍ਰਾਪਤ ਹੁੰਦਾ। ਅਗਲੀਆਂ ਪੰਕਤੀਆਂ ਆਪ ਸਭ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਪਰਿਪੂਰਨ ਪ੍ਰਮਾਤਮਾ ਨੇ ਮਨੁੱਖ ਦੀ ਇਹ ਜੋ ਬੁੱਧ ਬਣਾ ਦਿੱਤੀ ਹੈ, ਅਕਲ ਬਣਾ ਦਿੱਤੀ ਹੈ, ਮਨ ਬਣਾ ਦਿੱਤਾ ਹੈ, ਇਹ ਰਤਨਾਂ ਦੀ ਖਾਣ ਹੈ, ਖਾਣ ਹੈ। ਖੁਦਾਈ ਕਰਨੀ ਪਏਗੀ। ਤੇ ਖੁਦਾਈ ਕਰਨਾ ਕੀ ਹੈ? ਜੇ ਇੱਕ ਗੁਰ ਕੀ ਸਿੱਖ ਸੁਣੀ। श्रुतवा धर्मंग विजानाति। सुनन दी कितनी महिमा है। अगे 4 पौड़ियां सुनन दी आणगियां, खुलासा मैं उसे च करांगा। महाराज कहते ने इस खाण दी खुदाई करना की है, मत दी खुदाई करना की है। मत दे च रतन पए ने, ज्ञान दा रतन पिया, सबर संतोख दा रतन पिया, प्रेम दा रतन पिया, अनुभवी विचारां दे रतन पए ने, दैवी शक्तियां पईयां ने, बहुत कुछ पिया है। बहुत वड्डी खाण है। सोने दी खाण, सोने दी खाणों दी उत्थे मोती नहीं लभदे। हीरियां दी खाण, हीरियां दी खाणों दी उत्थे सोना नहीं लभदा। पर मत एक ऐसी खाण है, इहदे च हर तरह दे रतन ने, हर तरह दी कीमती धातुआं ने, हर तरह दीयां सौगातां ने। मत विच रतन जवाहर माणक, जे एक गुर की सिख सुनी। जे किधरे एक गुरु दी सिखिया सुन लवे, और इको ही सिखिया कि वाहिगुरु मंत्र दा जप, जपो ता एको नामा अवर निराफल कामा। बहुत सारे शब्दां दा पाठ, रोज रोज दा सत्संग, कथा कीर्तन दा सुनना, किधरे मनुख एक अखर दे जप ते आ जाए, ताई मन एक होवेगा, ताई उस एक नाल जुड़ सकेगा। जिस दा मन एक हो सके ते एक तां हो सकेगा कि रसना ते एक आवे, रसना ते एक आवे। बहुती बाणी दा पाठ करना है, और कर करके ये अवस्था बने कि रसना ते एक अखर आ जाए। बहुती कथा सुननी है, कीर्तन सुनना है, ताकि मन प्रेरिया जाए और एक अखर जपण नूं राजी हो जाए। मैं अक्सर अर्ज करदा हुंदा, कीता होया सत्संग उसे दिन सफल समझना जिस दिन मन जपण नूं राजी है, वरना नहीं। ते कीते होए जप दा उस दिन फल समझ लेना जदों वाहिगुरु वाहिगुरु आखदियां रस आण लग पए, स्वाद आण लग पए। प्रभ जी बसे साध की रसना, नानक जन का दासन दसना। सत्संग दा फल मिल गया। क्यों? जपण नूं मन राजी हो गया। ते जप दा फल मिल गया, महारस की प्राप्ति हो गई, महा आनंद की प्राप्ति हो गई, दैवी गुणा की प्राप्ति हो गई। तो साहिब कहते ने सब कुछ अंदरों ही प्रगट होता है, बाहरों नहीं मिलता। ये महारस बाहरों नहीं प्राप्त होता, अंदरों ही प्रगट होता है, बशर्ते गुरु की एक शिक्षा एकाग्रता नाल सुन लवे। हाँ जी। गुरा एक देह बुझाई। अगों प्रार्थना है, अरदास है। गुरु घर दे प्रधान साधन अरदास नहीं मनिया। मैं इस वास्ते कि किधरे मनुख दे अंदर ये भुलेखा ना पैदा हो जाए कि वाकई जे मेरे कर्म नाल हुण मिलना है तो फिर अरदास की की लोड़ है। फिर मेरा कीता कर्म उसकी कीमत हो गई। कीमत पाए न कहा जाए, कहने वाले तेरे रह समाए। कर करके मनुख जब थकदा है तां ही अरदास निकलदी, उंज निकलदी नहीं, पैदा ही नहीं आती। समझ समझ के मनुख समझदा है कि हे प्रभु मैं तेनू नहीं समझ सकता, पर समझ समझ के समझदा है, उंज नहीं। बहुत वड्डी समझ है, इस तो वड्डी होर कोई समझ नहीं। केड़ी? हे प्रभु मैं तेनू नहीं समझ सकता, इस तो वड्डी होर कोई समझ ही नहीं है। मैं नहीं समझ सकता था। कर करके पता चल जाता है, और कर्मां दा फल समझ लो कि हे प्रभु तू मेरी कृत दे नाल प्राप्त नहीं हो सकता। क्यों?
ਫਿਰ ਮੇਰੀ ਕ੍ਰਿਤ ਤੇਰੀ ਕੀਮਤ ਹੋ ਗਈ। ਫਿਰ ਕ੍ਰਿਤ ਦੀ ਲੋੜ ਨਹੀਂ, ਕ੍ਰਿਤ ਤੋਂ ਥੱਕਣਾ ਚਾਹੀਦਾ, ਕਰ ਕਰਕੇ ਥੱਕਣਾ ਚਾਹੀਦਾ। ਥੱਕਿਆ ਹੋਇਆ ਮਨੁੱਖ ਹੀ ਅੰਦਰੋਂ ਅਰਦਾਸ ਕਰੇਗਾ, ਇਸ ਦੇ ਅੰਦਰੋਂ ਅਰਦਾਸ ਨਿਕਲੇਗੀ। ਕਰ ਕਰ ਹਾਰੀ ਥਾਕੀ ਅਨੰਤ ਬਹੁ ਭਾਂਤੀ। ਇਹ ਪ੍ਰਭੂ ਅਨੇਕਾਂ ਤਰ੍ਹਾਂ ਦੇ ਕਰਮ ਕਰ ਕਰਕੇ ਥੱਕ ਗਏ, ਟੁੱਟ ਗਏ, ਅੰਦਰੋਂ ਅਰਦਾਸ ਨਿਕਲਦੀ ਹੈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਤੂੰ ਇੱਕ ਦੀ ਸੂਝ ਕਰਾ ਦੇ, ਸਮਝ ਕਰਾ ਦੇ। ਕਿਸ ਦੀ? ਹਾਂਜੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਸ ਤੋਂ ਸਾਰੇ ਜੀਵ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਪ੍ਰਾਪਤ ਕਰਦੇ ਨੇ, ਸੌਗਾਤਾਂ ਪ੍ਰਾਪਤ ਕਰਦੇ ਨੇ, ਉਸ ਦੀ ਯਾਦ ਬਣੀ ਰਹੇ, ਉਹਦਾ ਸਿਮਰਨ ਬਣਿਆ ਰਹੇ। ਜਿਹਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ, ਜਿਹਨੂੰ ਭੁੱਲ ਜਾਈਏ ਰਿਸ਼ਤਾ ਜੋ ਹੈ ਟੁੱਟਦਾ ਹੈ। ਔਰ ਉਹ ਭੁੱਲਿਆ ਕਿਉਂ ਹੈ? ਕਿਉਂ ਭੁੱਲਿਆ? ਜੇ ਭੁੱਲਦਿਆਂ ਹੀ ਰਿਸ਼ਤਾ ਟੁੱਟਦਾ ਹੈ ਤੇ ਜੇ ਯਾਦ ਕਰਦਿਆਂ ਹੀ ਰਿਸ਼ਤਾ ਜੁੜਦਾ ਹੈ, ਔਰ ਉਸ ਨੂੰ ਯਾਦ ਕਰਨਾ ਹੀ ਬੰਦਗੀ ਹੈ, ਇਹ ਮਨੁੱਖ ਕਰਦਾ ਕਿ ਉਹਨੂੰ ਅਗਲੀ ਪੌੜੀ ਸਤਿਗੁਰ ਕਾਰਨ ਦੱਸਦੇ ਨੇ। ਲੜੀਵਾਰ ਇਹ ਜਪਜੀ ਸਾਹਿਬ ਦੀ ਜੋ ਹੈ ਵਿਚਾਰ ਹੈ। ਬਾਕੀ ਆਪ ਜੀ ਦੇ ਸਾਹਮਣੇ ਕੱਲ, ਕਿਉਂਕਿ ਲੇਟ ਨਾ ਕਰੀਏ, ਗੁਰਮੁਖ ਪਿਆਰਿਆਂ ਨੇ ਇੱਕ ਸ਼ਬਦ ਆਪ ਨੂੰ ਕੀਰਤਨ ਰਾਹੀਂ ਸਰਵਨ ਕਰਾਣਾ ਹੈ, ਨਾਲੇ ਆਨੰਦ ਸਾਹਿਬ ਦਾ ਜੋ ਹੈ ਪਾਠ। ਇੱਥੇ ਹੀ ਸਮਾਪਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ। ਇਹ ਜੋ ਅੰਤਰੀਵ ਤੀਰਥ ਹੈ, ਔਰ ਜਪਜੀ ਸਾਹਿਬ ਵਿੱਚ ਹੀ ਪੰਕਤੀਆਂ ਆ ਜਾਣਗੀਆਂ। ਸੁਣੀਏ ਮਨੀਏ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਸਤਿਗੁਰ ਰਹਿਮਤ ਕਰਨ, ਇਸ ਤਰ੍ਹਾਂ ਦੇ ਤੀਰਥ ਦੀ ਸਾਨੂੰ ਸਮਝ ਪਵੇ। ਜਪਣ ਨੂੰ ਮਨ ਰਾਜ਼ੀ ਹੋਵੇ, ਇੱਕ ਸਿੱਖਿਆ ਗ੍ਰਹਿਣ ਕਰਨ ਨੂੰ ਜੋ ਹੈ ਮਨ ਰਾਜ਼ੀ ਹੋਵੇ, ਤਾਂ ਕਿ ਮਤ ਵਿੱਚ ਜੋ ਅਨੇਕਾਂ ਰਤਨਾਂ ਦੇ ਪਦਾਰਥ ਨੇ ਉਸ ਨੂੰ ਇਸ ਜੀਵਨ ਵਿੱਚ ਪ੍ਰਗਟ ਕਰ ਸਕੀਏ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਕ੍ਰਿਤ ਦੀ ਆਪਣੀ ਮਹਾਨਤਾ ਹੈ, ਨੀਅਤ ਦੀ ਆਪਣੀ ਮਹਾਨਤਾ ਹੈ। ਜਿਸ ਢੰਗ ਨਾਲ ਦਾਸ ਨੇ ਨਿਖੇੜਾ ਕੀਤਾ ਇਸ ਪੰਕਤੀ ਤੋਂ ਪ੍ਰੇਰਿਤ ਹੋ ਕੇ, ਪਰ ਕਰ ਕਰਕੇ ਇਤਨਾ ਹੀ ਪਤਾ ਚੱਲਦਾ ਹੈ, ਇਹ ਪ੍ਰਭੂ ਥੱਕ ਗਿਆ, ਕਰ ਕਰਕੇ ਇਤਨਾ ਪਤਾ ਚੱਲਿਆ, ਤੂੰ ਮੇਰੇ ਕੀਤਿਆਂ ਮੈਨੂੰ ਪ੍ਰਾਪਤ ਨਹੀਂ ਹੋ ਸਕਦਾ। ਸਮਝ ਸਮਝ ਕੇ ਇਤਨਾ ਪ੍ਰਾਪਤ ਹੋਇਆ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ। ਅਗਰ ਕੋਈ ਇਹ ਆਖੇ ਸਮਝ ਸਮਝ ਕੇ ਸਮਝ ਮਿਲ ਗਈ, तो गलती च है, भुलेखे च है, अज्ञान है। समझ समझ के ये समझ मिलती है, मैं तेनू नहीं समझ सकता। तू इतना महान है, तू समर्थ वड़ा, मेरी मत थोरी। तू इतना महान है, ਉਹਦੇ ਸਾਹਮਣੇ ਮੇਰੀ ਅਕਲ ਬਹੁਤ ਛੋਟੀ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਉਹ ਸਾਡੀ ਯਾਦ ਬਣੇ। ਪਰ ਯਾਦ ਦੇ ਵਿੱਚ ਕਿਉਂ ਨਹੀਂ ਆਉਂਦਾ ਜੋ ਕਾਰਨ ਸਤਿਗੁਰੂ ਦੱਸਦੇ ਨੇ। ਕੱਲ ਖੁਲਾਸਾ ਕਰਾਂਗੇ। ਭੁੱਲ ਚੁੱਕ ਦੀ ਸ਼ਮਾ। ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।